ਬਹੁਤ ਪਹਿਲਾਂ ਦੀ ਗੱਲ ਹੈ। ਇੱਕ ਗਰੀਬ ਪਰ ਦਿਲ ਦਾ ਅਮੀਰ ਮੁੰਡਾ ਸੀ, ਨਾਮ ਅਲਾਦੀਨ। ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਅਤੇ ਪੈਸੇ ਕਮਾਉਣ ਵਾਸਤੇ ਔਖੇ ਤੋਂ ਔਖੇ ਕੰਮ ਕਰਦਾ ਸੀ ਤਾਂ ਕਿ ਉਹਨਾਂ ਦਾ ਘਰ ਚੱਲ ਸਕੇ। ਇੱਕ ਦਿਨ ਬਾਜ਼ਾਰ ਵਿੱਚ ਵੇਚਣ ਵਾਸਤੇ ਕੇਲੇ ਲੈਣ ਲਈ ਉਹ ਬਹੁਤ ਦੂਰ ਇੱਕ ਥਾਂ ਜਾ ਰਿਹਾ ਸੀ। ਅਚਾਨਕ ਉਹਨੂੰ ਇੱਕ ਬੰਦਾ ਮਿਲਿਆ ਜਿਹਦੀ ਦਾੜੀ ਸੰਘਣੀ ਅਤੇ ਕੱਦ ਲੰਮਾ ਸੀ। ਉਹ ਆਪਣੇ ਹੱਥ 'ਚ ਸੋਨੇ ਦਾ ਸਿੱਕਾ ਦਿਖਾਉਂਦੇ ਹੋਏ ਬੋਲਿਆ, ਮੇਰੇ ਪੁੱਤਰ, ਮੈਂ ਤੇਰੇ ਪਿਓ ਦਾ ਬਚਪਨ ਦਾ ਦੋਸਤ ਹਾਂ। ਕੀ ਤੈਨੂੰ ਇਹ ਸੋਨੇ ਦਾ ਸਿੱਕਾ ਚਾਹੀਦਾ ਹੈ? ਸੋਨੇ ਦਾ? ਇੰਨਾ ਤਾਂ ਮੈਂ ਜ਼ਿੰਦਗੀ ਭਰ ਕੇਲੇ ਵੇਚ-ਵੇਚ ਕੇ ਵੀ ਨਹੀਂ ਕਮਾ ਪਾਵਾਂਗਾ। ਉਸ ਬੰਦੇ ਨੇ ਅਲਾਦੀਨ ਨੂੰ ਉੱਥੇ ਹੀ ਪੱਥਰ ਦੇ ਥੱਲੇ ਇੱਕ ਟੋਇਆ ਵਿਖਾਇਆ ਅਤੇ ਉਹਨੂੰ ਉੱਥੇ ਜਾਣ ਲਈ ਕਿਹਾ। ਅਲਾਦੀਨ ਨੂੰ ਇਹ ਕੰਮ ਬੜਾ ਸੌਖਾ ਲੱਗਿਆ। ਦੋਨਾਂ ਨੇ ਰਲ ਕੇ ਉਸ ਪੱਥਰ ਨੂੰ ਹਟਾਇਆ ਅਤੇ ਉੱਥੇ ਨਿਕਲੀ ਇੱਕ ਗੁਫਾ। ਆਪਣੀ ਨਿੱਕੀ ਜਿਹੀ ਕੱਦ ਕਾਠੀ ਨੂੰ ਲੈ ਕੇ ਅਲਾਦੀਨ ਉਸ ਦੇ ਅੰਦਰ ਚਲਾ ਗਿਆ ਅਤੇ ਉੱਥੇ ਪੌੜੀਆਂ ਤੋਂ ਉਤਰਦੇ ਹੋਏ ਥੱਲੇ ਜਾਂਦਾ ਰਿਹਾ। ਜਵਾਂ ਹੀ ਥੱਲੇ ਪਹੁੰਚਿਆ ਤਾਂ ਵੇਖਿਆ ਕਿ ਉਸ ਗੁਫਾ ਵਿੱਚ ਰੋਸ਼ਨੀ ਇੱਕ ਪੁਰਾਣੇ ਜਿਹੇ ਚਿਰਾਗ ਚੋਂ ਆ ਰਹੀ ਸੀ। ਉਹ ਚੌਂਕ ਗਿਆ ਜਦੋਂ ਉਹਨੇ ਵੇਖਿਆ ਉੱਥੇ ਪਿਆ ਖਜ਼ਾਨਾ, ਹੀਰੇ, ਮੋਤੀ, ਸੋਨਾ ਕੀ ਨਹੀਂ ਸੀ। ਇਹ ਸਭ ਦੇਖ ਹੀ ਰਿਹਾ ਸੀ ਅਲਾਦੀਨ ਕਿ ਉੱਪਰੋਂ ਇੱਕ ਆਵਾਜ਼ ਆਈ ਜਿਨੇ ਉਹਨੂੰ ਡਰਾ ਹੀ ਦਿੱਤਾ। ਕਾਕਾ, ਤੈਨੂੰ ਇੱਕ ਚਿਰਾਗ ਮਿਲਿਆ ਹੋਣਾ ਹੈ, ਉਹਨੂੰ ਬੁਝਾ ਕੇ ਮੇਰੇ ਕੋਲ ਲਿਆ, ਛੇਤੀ ਚੱਲ। ਅਲਾਦੀਨ ਨੂੰ ਅਜੀਬ ਲੱਗਿਆ ਕਿ ਇੰਨੀ ਸਾਰੀ ਧਨ ਦੌਲਤ ਨੂੰ ਛੱਡ ਕੇ ਉਸ ਬੰਦੇ ਨੂੰ ਚਾਹੀਦਾ ਹੈ ਸਿਰਫ ਇਹ ਪੁਰਾਣਾ ਜਿਹਾ ਚਿਰਾਗ। ਕੋਈ ਐਦਾਂ ਕਿਉਂ ਕਰੇਗਾ? ਹੁਣ ਅਲਾਦੀਨ ਨੂੰ ਡਰ ਲੱਗਣ ਲੱਗਿਆ। ਅਲਾਦੀਨ ਚਿਰਾਗ ਲੈ ਕੇ ਪੌੜੀਆਂ ਤੇ ਉੱਪਰ ਜਾਣ ਲੱਗਿਆ, ਪਰ ਇੰਨੇ 'ਚ ਉਹ ਬੰਦਾ ਚਿल्ला ਪਿਆ, ਦੇ ਮੈਨੂੰ ਇਹ ਚਿਰਾਗ ਛੇਤੀ ਨਾਲ। ਅਲਾਦੀਨ ਨੂੰ ਉਹਦਾ ਚੱਕਰ ਸਮਝ ਨਹੀਂ ਆ ਰਿਹਾ ਸੀ। ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਜੇ ਤੂੰ ਮੈਨੂੰ ਇਹ ਚਿਰਾਗ ਨਹੀਂ ਦਿੱਤਾ ਤਾਂ ਮੈਂ ਤੈਨੂੰ ਇਸੇ ਗੁਫਾ ਵਿੱਚ ਬੰਦ ਕਰ ਦਿਆਂਗਾ। ਹੁਣ ਅਲਾਦੀਨ ਨੂੰ ਸਮਝ ਆ ਗਿਆ ਕਿ ਉਹਦੇ ਇਰਾਦੇ ਨੇਕ ਨਹੀਂ। ਨਹੀਂ, ਪਹਿਲਾਂ ਮੈਨੂੰ ਇੱਥੋਂ ਬਾਹਰ ਕੱਢੋ। ਬੇਵਕੂਫ, ਹੁਣ ਤੇਰੀ ਖੈਰ ਨਹੀਂ। ਓਏ, ਬੰਦ ਨਾ ਕਰੋ ਮੈਨੂੰ। ਉਸ ਬੰਦੇ ਨੇ ਪੱਥਰ ਨਾਲ ਗੁਫਾ ਨੂੰ ਬੰਦ ਤਾਂ ਕਰ ਦਿੱਤਾ, ਪਰ ਉਹਦੀ ਮੁੰਦਰੀ ਥੱਲੇ ਡਿੱਗ ਗਈ ਅਤੇ ਪੁੱਜੀ ਅਲਾਦੀਨ ਕੋਲ। ਉਹਨੇ ਚੁੱਕਿਆ ਅਤੇ ਆਪਣੀ ਉਂਗਲੀ 'ਚ ਪਾ ਲਿਆ। ਪਾਉਂਦੇ ਹੀ ਗੁਫਾ ਦੇ ਅੰਦਰ ਬੱਦਲ ਜਿਹੇ ਹੋ ਗਏ ਅਤੇ ਉਹਦੇ 'ਚੋਂ ਨਿਕਲਿਆ ਇੱਕ ਵੱਡਾ ਜਿਹਾ ਜੀਵ। ਡਰ ਦੇ ਮਾਰੇ ਅਲਾਦੀਨ ਫੁੱਸ ਹੋ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ, ਸਿਰਫ 3 ਚੀਜ਼ਾਂ ਹੀ ਮੰਗ ਸਕਦਾ ਹੈ, ਸਿਰਫ 3। ਮੈਂ ਘਰ ਜਾਣਾ ਹੈ। ਪਲਕ ਝਪਕਦੇ ਹੀ ਅਲਾਦੀਨ ਆਪਣੇ ਘਰ ਪਹੁੰਚ ਗਿਆ। ਅਲਾਦੀਨ ਨੂੰ ਵੇਖ ਕੇ ਉਹਦੀ ਮਾਂ ਚੀਖ ਪਈ। ਅਲਾਦੀਨ ਨੇ ਮਾਂ ਨੂੰ ਸਾਰੀ ਕਹਾਣੀ ਦੱਸੀ, ਉਹ ਬੰਦਾ, ਉਹ ਗੁਫਾ, ਉਹ ਖਜ਼ਾਨਾ ਅਤੇ ਉਹ ਚਿਰਾਗ। ਅਲਾਦੀਨ ਉਸ ਚਿਰਾਗ ਤੋਂ ਤੁਲ ਝਾੜਨ ਹੀ ਲੱਗਾ ਸੀ ਕਿ ਉਹਦੇ ਚੋਂ ਧੂਆਂ ਨਿਕਲਿਆ ਅਤੇ ਪੂਰੇ ਕਮਰੇ 'ਚ ਭਰ ਗਿਆ ਅਤੇ ਉਹਦੇ ਚੋਂ ਨਿਕਲਿਆ ਜਿਨੀ। ਵਾਹ ਜੀ ਵਾਹ! ਹਾ, ਕਈ ਵਰਿਆਂ ਤੋਂ ਮੈਂ ਇਸ ਚਿਰਾਗ 'ਚ ਬੰਦ ਸੀ, ਤੁਸੀਂ ਮੈਨੂੰ ਕੱਢ ਲਿਆ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਹ ਹੁਣ ਕਿਹੜੀ ਨਵੀਂ ਮੁਸੀਬਤ ਹੈ? ਇਹੀ ਸੋਚ ਕੇ ਅਲਾਦੀਨ ਅਤੇ ਮਾਂ ਉਹਨੂੰ ਦੇਖਦੇ ਰਹੇ। ਜਿਨੀ ਫੇਰ ਬੋਲਿਆ, ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਠੀਕ ਹੈ, ਮੇਰੇ ਲਈ ਜਾ ਕੇ ਸਵਾਦਿਸ਼ਟ ਖਾਣਾ ਲਿਆਓ। ਅਚਾਨਕ ਇੱਕ ਖਾਣ ਦੀ ਟੇਬਲ ਆ ਗਈ ਅਤੇ ਫਿਰ ਉਹਦੇ ਉੱਤੇ ਸ਼ਾਨਦਾਰ ਖਾਣਾ, ਪੀਣ ਲਈ ਸ਼ਰਬਤ ਅਤੇ ਪੇਸਟਰੀਜ਼ ਅਤੇ ਇੱਕ ਫੂਲਦਾਨ ਵੀ। ਉਸ ਦਿਨ ਤੋਂ ਅਲਾਦੀਨ ਅਤੇ ਮਾਂ ਜੋ ਵੀ ਚਾਹੁੰਦੇ ਸੀ ਜਿੰਨੀ ਲਿਆ ਦਿੰਦਾ ਸੀ। ਉਹ ਖੁਸ਼ੀ ਤੇ ਸ਼ੌਕ ਨਾਲ ਰਹਿਣ ਲੱਗ ਪਏ। ਐਦਾਂ ਹੀ ਵਕਤ ਗੁਜ਼ਰਦਾ ਰਿਹਾ।
ਇੱਕ ਦਿਨ ਉਹ ਬਾਜ਼ਾਰ ਗਿਆ ਤਾਂ ਉਹਨੂੰ ਦਿਖੀ ਇੱਕ ਪਾਲਕੀ। ਪਤਾ ਲੱਗਿਆ ਕਿ ਉਹਦੇ ਵਿੱਚ ਸੀ ਬਾਦਸ਼ਾਹ ਦੀ ਬੇਟੀ ਪ੍ਰਿੰਸੈਸ ਜੈਸਮੀਨ। ਅਲਾਦੀਨ ਨੇ ਉਹਦਾ ਚਿਹਰਾ ਦੇਖਿਆ ਅਤੇ ਉਹਨੂੰ ਪਿਆਰ ਹੋ ਗਿਆ। ਉਹਨੇ ਮਾਂ ਨੂੰ ਜੈਸਮੀਨ ਦੇ ਬਾਰੇ ਦੱਸਿਆ। ਮਾਂ ਨੇ ਜਿੰਨੀ ਤੋਂ ਸੰਦੂਕ ਭਰ ਕੇ ਸੋਨਾ ਲਿੱਤਾ ਅਤੇ ਬਾਦਸ਼ਾਹ ਨੂੰ ਦੇਣ ਰਾਜ ਮਹਿਲ ਗਈ। ਉੱਥੇ ਦੇ ਸਿਪਾਹੀ ਉਹ ਸੰਦੂਕ ਬਾਦਸ਼ਾਹ ਕੋਲ ਲੈ ਗਏ ਅਤੇ ਬਾਦਸ਼ਾਹ ਨੇ ਖੁਸ਼ ਹੋ ਕੇ ਮਾਂ ਨੂੰ ਮਿਲਣ ਲਈ ਕਿਹਾ। ਮਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਦੇ ਪਿਆਰ ਬਾਰੇ ਦੱਸਿਆ ਤੇ ਬਾਦਸ਼ਾਹ ਨੇ ਚਾਹਿਆ ਕਿ ਅਲਾਦੀਨ ਆਪਣੀ ਅਮੀਰੀ ਤੇ ਤਾਕਤ ਨੂੰ ਸਾਬਿਤ ਕਰੇ। ਜੇ ਤੁਹਾਡਾ ਮੁੰਡਾ ਮੇਰਾ ਜਵਾਈ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਕਹੋ ਕਿ 40 ਨੌਕਰਾਂ ਦੇ ਹੱਥ 40 ਸੰਦੂਕ ਭੇਜੇ ਜੋ ਹੀਰੇ ਮੋਤੀ ਸੋਨੇ ਚਾਂਦੀ ਨਾਲ ਭਰੇ ਹੋਣ ਅਤੇ ਉਹਨਾਂ ਦੇ ਮਗਰ 40 ਸਿਪਾਹੀ ਹੋਣ ਉਹਨਾਂ ਦੀ ਸੁਰੱਖਿਆ ਲਈ। ਇਹ ਸੁਣ ਕੇ ਅਲਾਦੀਨ ਦੀ ਮਾਂ ਉਦਾਸ ਹੋ ਕੇ ਮੁੜ ਕੇ ਘਰ ਆ ਗਈ। ਉਹਨਾਂ ਨੂੰ ਯਕੀਨ ਸੀ ਕਿ ਜਿੰਨੀ ਇਹ ਸਭ ਤਾਂ ਨਹੀਂ ਦੇ ਪਾਵੇਗਾ। ਅਲਾਦੀਨ ਨੇ ਫੇਰ ਤੋਂ ਚਿਰਾਗ ਦੇ ਜਿੰਨੀ ਨੂੰ ਸੱਦਿਆ। ਬੋਲੋ ਹਜ਼ੂਰ, ਕੀ ਫਰਮਾਇਸ਼ ਹੈ? ਅਲਾਦੀਨ ਨੇ ਉਹਨੂੰ ਬਾਦਸ਼ਾਹ ਦੀ ਮੰਗ ਦੱਸੀ। ਇਹ ਸੁਣ ਕੇ ਜਿੰਨੀ ਨੇ ਤਾੜੀ ਮਾਰੀ ਅਤੇ ਉਥੋਂ ਦੇ ਉੱਥੇ ਹੀ ਖਜ਼ਾਨਾ ਲੈ ਕੇ 40 ਨੌਕਰ ਤੇ 40 ਸਿਪਾਹੀ ਪ੍ਰਗਟ ਹੋ ਗਏ। ਬਾਦਸ਼ਾਹ ਨੇ ਵੇਖਿਆ ਕਿ ਜੋ ਵੀ ਮੰਗਿਆ ਸੀ ਉਹਨਾਂ ਨੇ ਅਲਾਦੀਨ ਨੇ ਪੂਰਾ ਕਰ ਦਿੱਤਾ ਅਤੇ ਉਹ ਖੁਸ਼ ਹੋ ਗਏ। ਉਹਨਾਂ ਨੇ ਸੋਚਿਆ ਕਿੰਨਾ ਪੈਸਾ ਹੈ ਮੁੰਡੇ ਕੋਲ। ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਇੱਕ ਮਹਿਲ ਵਰਗੇ ਘਰ 'ਚ ਰਹੇ। ਜੇ ਉਹਨੂੰ ਏਦਾਂ ਦਾ ਘਰ ਦੇ ਸਕਦੇ ਹੋ ਤਾਂ ਹੀ ਵਿਆਹ ਦੀ ਗੱਲ ਸੋਚੋ। ਅਲਾਦੀਨ ਨੇ ਬਾਦਸ਼ਾਹ ਦੀ ਇੱਛਾ ਜਿੰਨੀ ਨੂੰ ਦੱਸੀ। ਜਿੰਨੀ ਨੇ ਫੇਰ ਤੋਂ ਤਾੜੀ ਮਾਰੀ ਅਤੇ ਉਸੇ ਵੇਲੇ ਇੱਕ ਵੱਡਾ ਸ਼ਾਨਦਾਰ ਮਹਿਲ ਉਹਦੇ ਸਾਹਮਣੇ ਬਣ ਗਿਆ। ਅਲਾਦੀਨ ਨੂੰ ਭਰੋਸਾ ਨਹੀਂ ਹੋ ਰਿਹਾ ਸੀ। ਬਾਦਸ਼ਾਹ ਨੂੰ ਲੱਗਿਆ ਅਲਾਦੀਨ ਤੋਂ ਅਮੀਰ ਮੁੰਡਾ ਨਹੀਂ ਮਿਲੇਗਾ ਕਦੀ ਵੀ। ਉਹਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ 3 ਦਿਨ ਤੱਕ ਜਸ਼ਨ ਚੱਲਦਾ ਰਿਹਾ। ਸਾਰਿਆਂ ਨੂੰ ਅਲਾਦੀਨ ਦੀ ਕਿਸਮਤ ਅਤੇ ਅਮੀਰੀ ਬਾਰੇ ਪਤਾ ਸੀ, ਪਰ ਅਲਾਦੀਨ ਅਤੇ ਉਹਦੀ ਮਾਂ ਨੇ ਜੈਸਮੀਨ ਨੂੰ ਜਿੰਨੀ ਦੇ ਬਾਰੇ ਨਹੀਂ ਦੱਸਿਆ। ਇੱਕ ਦਿਨ ਅਲਾਦੀਨ ਦੇ ਮਹਿਲ ਕੋਲ ਇੱਕ ਬੰਦਾ ਆਇਆ। ਪੁਰਾਣੇ ਚਿਰਾਗ ਦੇ ਦਿਓ, ਪੁਰਾਣੇ ਚਿਰਾਗ ਦੇ ਦਿਓ ਅਤੇ ਉਸ ਦੇ ਬਦਲੇ ਵਿੱਚ ਨਵੇਂ ਲੈ ਲਓ। ਪੁਰਾਣੇ ਚਿਰਾਗ ਦੇ ਦਿਓ ਅਤੇ ਨਵੇਂ ਲੈ ਲਓ। ਜੈਸਮੀਨ ਨੇ ਇਹ ਆਵਾਜ਼ ਸੁਣੀ। ਉਹਨੇ ਸੋਚਿਆ ਕਿ ਪੁਰਾਣੇ ਚਿਰਾਗ ਦੇ ਬਦਲੇ ਨਵਾਂ ਚਿਰਾਗ ਮਿਲ ਜਾਏ ਤਾਂ ਅਲਾਦੀਨ ਬਹੁਤ ਖੁਸ਼ ਹੋ ਜਾਵੇਗਾ। ਉਹਨੇ ਖੁਸ਼ੀ ਨਾਲ ਇੱਕ ਨਵਾਂ ਚਿਰਾਗ ਲੈ ਲਿੱਤਾ। ਇਹ ਬੰਦਾ ਕੋਈ ਹੋਰ ਨਹੀਂ ਬਲਕਿ ਉਹ ਸੀ ਜਿਹਨੇ ਸ਼ੁਰੂਆਤ ਵਿੱਚ ਅਲਾਦੀਨ ਨੂੰ ਗੁਫਾ ਵਿੱਚ ਬੰਦ ਕੀਤਾ ਸੀ। ਉਹਨੇ ਚਿਰਾਗ ਮਿਲਦੇ ਹੀ ਜਿੰਨੀ ਨੂੰ ਕਿਹਾ ਕਿ ਮਹਿਲ ਨੂੰ ਜੈਸਮੀਨ ਦੇ ਨਾਲ ਉਥੋਂ ਹਟਾ ਦਿੱਤਾ ਜਾਵੇ। ਅਲਾਦੀਨ ਜਦੋਂ ਉਸ ਸ਼ਾਮ ਮੁੜਿਆ ਉਹਨੂੰ ਆਪਣਾ ਮਹਿਲ ਕਿਤੇ ਨਹੀਂ ਦਿਸਿਆ। ਉਹ ਸਮਝ ਗਿਆ ਕਿ ਕੁਝ ਗੜਬੜ ਹੋਈ ਹੈ। ਉਹ ਆਪਣੇ ਪੁਰਾਣੇ ਘਰ ਵਿੱਚ ਗਿਆ ਅਤੇ ਗੁਫਾ ਵਿੱਚ ਮਿਲੀ ਹੋਈ ਮੁੰਦਰੀ ਲੱਭੀ। ਉਹਨੂੰ ਉਂਗਲੀ ਵਿੱਚ ਪਾਉਂਦੇ ਹੀ ਉਹ ਵੱਡਾ ਜਿਹਾ ਜੀਵ ਫਿਰ ਹਾਜ਼ਰ ਹੋਇਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ 2 ਚੀਜ਼ਾਂ। ਮੈਨੂੰ ਜੈਸਮੀਨ ਦੇ ਕੋਲ ਲੈ ਚਲੋ। ਹੱਥੋਂ ਹੱਥ ਉਹ ਮਹਿਲ ਵਿੱਚ ਪਹੁੰਚ ਗਏ। ਕੋਈ ਉਹਨੂੰ ਵੇਖ ਨਾ ਲਵੇ ਇਸ ਕਰਕੇ ਉਹ ਲੁਕ ਗਿਆ। ਜੈਸਮੀਨ ਉਸੇ ਬੰਦੇ ਦੀ ਸੇਵਾ ਕਰ ਰਹੀ ਸੀ ਅਤੇ ਉਹ ਚਿਰਾਗ ਵੀ ਉਹਦੇ ਹੀ ਕੋਲ ਸੀ। ਲੁਕਦੇ ਲੁਕਦੇ ਅਲਾਦੀਨ ਨੇ ਉਹ ਮੁੰਦਰੀ ਫੇਰ ਤੋਂ ਪਾ ਲਈ। ਉਹ ਵੱਡਾ ਜਿਹਾ ਜੀਵ ਫੇਰ ਆ ਗਿਆ। ਜੋ ਵੀ ਚਾਹੀਦਾ ਹੈ ਮੰਗ ਲੈ, ਪਰ ਧਿਆਨ ਰੱਖੀ ਸਿਰਫ ਇੱਕ ਚੀਜ਼। ਉਸ ਬਦਮਾਸ਼ ਨੂੰ ਹਮੇਸ਼ਾ ਲਈ ਗਹਿਰੀ ਨੀਂਦ ਵਿੱਚ ਸੁਲਾ ਦਿਓ।
ਛੇਤੀ ਛੇਤੀ ਉਹ ਭੱਜ ਕੇ ਜੈਸਮੀਨ ਦੇ ਕੋਲ ਆ ਗਿਆ, ਜਿਹੜੀ ਉਸ ਬੰਦੇ ਤੋਂ ਡਰੀ ਹੋਈ ਸੀ। ਅਲਾਦੀਨ ਨੂੰ ਵੇਖ ਕੇ ਉਹ ਬੜੀ ਖੁਸ਼ ਹੋਈ। ਹੁਣ ਅਲਾਦੀਨ ਨੇ ਜੈਸਮੀਨ ਨੂੰ ਪੂਰੀ ਕਹਾਣੀ ਸ਼ੁਰੂਆਤ ਤੋਂ ਦੱਸੀ ਅਤੇ ਜੈਸਮੀਨ ਸੁਣ ਕੇ ਚੌਂਕਦੀ ਰਹੀ। ਅਲਾਦੀਨ ਨੇ ਫੇਰ ਤੋਂ ਚਿਰਾਗ ਨੂੰ ਰਗੜਿਆ ਅਤੇ ਬਾਹਰ ਆਇਆ ਉਹੀ ਜਿਨੀ। ਕੀ ਮੰਗ ਹੈ ਤੁਹਾਡੀ ਹਜ਼ੂਰ? ਮੰਗੋ। ਇਸ ਬਦਮਾਸ਼ ਨੂੰ ਇੰਨੀ ਦੂਰ ਪਹੁੰਚਾ ਦਿਓ ਕਿ ਸਾਨੂੰ ਕਦੇ ਲੱਭ ਨਾ ਸਕੇ। ਅਤੇ ਉਹ ਬੰਦਾ ਅਚਾਨਕ ਗਾਇਬ ਹੋ ਗਿਆ। ਅਲਾਦੀਨ ਨੇ ਜਿਨੀ ਨੂੰ ਉਸ ਮਹਿਲ ਨੂੰ ਆਪਣੀ ਥਾਂ ਤੇ ਪਹੁੰਚਾਉਣ ਲਈ ਕਿਹਾ। ਮਹਿਲ ਅਸਮਾਨ 'ਚ ਉੜਦਾ ਹੋਇਆ ਆਪਣੀ ਪੁਰਾਣੀ ਥਾਂ ਤੇ ਪਹੁੰਚਿਆ ਅਤੇ ਉੱਥੇ ਪਹੁੰਚ ਕੇ ਅਲਾਦੀਨ ਆਪਣੀ ਮਾਂ ਦੇ ਕੋਲ ਸੀ ਇੱਕ ਵਾਰੀ ਫੇਰ। ਅਲਾਦੀਨ, ਉਹਦੀ ਮਾਂ ਅਤੇ ਜੈਸਮੀਨ ਨਾਲ ਰਹੇ, ਹਮੇਸ਼ਾ ਖੁਸ਼ੀ-ਖੁਸ਼ੀ। ਇੱਕ ਸਮੇਂ ਦੀ ਗੱਲ ਹੈ। ਇੱਕ ਗਰੀਬ ਵਿਧਵਾ ਜਨਾਨੀ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ। ਉਸ ਦਾ ਬੇਟਾ ਜੈਕ ਕੰਮ ਨਹੀਂ ਕਰਦਾ ਸੀ ਕਿਉਂਕਿ ਉਹ ਬਹੁਤ ਆਲਸੀ ਸੀ। ਇਸੇ ਵਜ੍ਹਾ ਕਰਕੇ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਸੀ। ਮਾਂ, ਖਾਣ ਲਈ ਕੁਝ ਹੈ? ਮੈਨੂੰ ਭੁੱਖ ਲੱਗੀ ਹੈ। ਦਿਨ ਗੁਜ਼ਰਦੇ ਗਏ, ਉਹ ਲੋਕ ਹੋਰ ਗਰੀਬ ਹੁੰਦੇ ਗਏ। ਇੱਕ ਵਕਤ ਆਇਆ ਜਦ ਉਹਨਾਂ ਨੂੰ ਆਪਣੀ ਗਾਂ ਮਿਲਕ ਵਾਈਟ ਵੀ ਵੇਚਣੀ ਪਈ ਕਿਉਂਕਿ ਉਹ ਉਹਨੂੰ ਖਾਣ ਲਈ ਵੀ ਨਹੀਂ ਦੇ ਪਾ ਰਹੇ ਸੀ। ਜੈਕ ਦੀ ਮਾਂ ਨੇ ਉਸ ਨੂੰ ਕਿਹਾ ਕਿ ਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਸਭ ਤੋਂ ਉੱਚੇ ਮੁੱਲ ਤੇ ਵੇਚੀ, ਸ਼ਾਇਦ ਫਿਰ ਉਹ ਖਾਣ ਦੇ ਲਈ ਕੁਝ ਖਰੀਦ ਸਕਣ। ਬਾਜ਼ਾਰ ਜਾਂਦੇ ਟਾਈਮ ਜੈਕ ਨੂੰ ਇੱਕ ਅਜੀਬ ਵਿਖਣ ਵਾਲਾ ਬੁੱਢਾ ਮਿਲਿਆ। ਉਸ ਬੁੱਢੇ ਆਦਮੀ ਨੇ ਗਾਂ ਦੇ ਵੱਲ ਵੇਖਿਆ ਅਤੇ ਜੈਕ ਨੂੰ ਕਿਹਾ, ਹੈਲੋ ਮੇਰੇ ਬੱਚੇ, ਜੇ ਤੂੰ ਮੈਨੂੰ ਆਪਣੀ ਗਾਂ ਦੇਵੇਂਗਾ ਤਾਂ ਮੈਂ ਤੈਨੂੰ ਉਹਦੇ ਬਦਲੇ ਬਹੁਤ ਹੀ ਕੀਮਤੀ ਚੀਜ਼ ਦੇਵਾਂਗਾ। ਜੈਕ ਇਹ ਸੁਣ ਕੇ ਕਾਫੀ ਖੁਸ਼ ਹੋਇਆ। ਬੁੱਢੇ ਆਦਮੀ ਨੇ 5 ਬੀਨਸ ਆਪਣੀ ਜੇਬ ਤੋਂ ਕੱਢੀਆਂ। ਬੀਨਸ? ਪਰ ਇਹ ਜਾਦੂਈ ਬੀਨਸ ਹਨ। ਜੈਕ ਨੂੰ ਉਹਦੇ ਤੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ, ਪਰ ਉਸ ਬੁੱਢੇ ਆਦਮੀ ਨੇ ਜ਼ੋਰ ਦੇ ਕੇ ਕਿਹਾ, ਸੁਣ ਮੇਰੇ ਬੱਚੇ, ਤੂੰ ਇੱਕ ਤੇਜ਼ ਤੇ ਹੋਸ਼ਿਆਰ ਮੁੰਡਾ ਹੈ। ਇਹ ਜਾਦੂਈ ਬੀਨਸ ਲੈ ਲੈ, ਤੈਨੂੰ ਪਛਤਾਵਾ ਨਹੀਂ ਹੋਏਗਾ। ਮੇਰੀ ਗੱਲ ਮੰਨ ਲੈ। ਜੈਕ ਨੇ ਉਹਦੇ ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਜਾਦੂਈ ਬੀਨਸ ਦੇ ਬਦਲੇ ਆਪਣੀ ਗਾਂ ਮਿਲਕ ਵਾਈਟ ਉਹਨੂੰ ਦੇ ਦਿੱਤੀ। ਆਪਣੇ ਕੰਮ ਤੋਂ ਖੁਸ਼ ਹੋ ਕੇ ਜੈਕ ਘਰ ਵੱਲ ਦੌੜਿਆ। ਮਾਂ, ਵੇਖ ਮੈਂ ਕੀ ਲਿਆਇਆ ਹਾਂ। ਜੈਕ ਨੂੰ ਇੰਨਾ ਖੁਸ਼ ਵੇਖ ਕੇ ਉਹਦੀ ਮਾਂ ਨੂੰ ਇਹ ਲੱਗਿਆ ਕਿ ਉਹ ਗਾਂ ਨੂੰ ਬਹੁਤ ਹੀ ਚੰਗੇ ਮੁੱਲ ਤੇ ਵੇਚ ਕੇ ਆਇਆ ਹੈ। ਜਦੋਂ ਜੈਕ ਨੇ ਆਪਣੀ ਮਾਂ ਨੂੰ ਜਾਦੂਈ ਬੀਨਸ ਵਿਖਾਈਆਂ ਤਾਂ ਉਹ ਨਾਰਾਜ਼ ਹੋ ਗਈ। ਉਹਨੇ ਉਹਨਾਂ ਜਾਦੂਈ ਬੀਨਸ ਨੂੰ ਗਾਰਡਨ ਵਿੱਚ ਸੁੱਟ ਦਿੱਤਾ ਅਤੇ ਜੈਕ ਨੂੰ ਆਪਣੇ ਕਮਰੇ ਵਿੱਚ ਜਾਣ ਦੇ ਲਈ ਕਿਹਾ। ਤੂੰ ਆਪਣੇ ਕਮਰੇ ਵਿੱਚ ਹੀ ਰਹੇਂਗਾ ਜਦ ਤੱਕ ਮੈਂ ਤੈਨੂੰ ਬਾਹਰ ਆਉਣ ਦੇ ਲਈ ਨਹੀਂ ਕਹਿੰਦੀ, ਤੇ ਅੱਜ ਤੈਨੂੰ ਕੋਈ ਖਾਣਾ ਨਹੀਂ ਮਿਲੇਗਾ। ਸਵੇਰੇ ਜੈਕ ਨੇ ਆਪਣੀ ਬਾਰੀ ਤੋਂ ਬਾਹਰ ਝਾਂਕਿਆ ਤਾਂ ਉਹ ਹੈਰਾਨ ਹੋ ਗਿਆ। ਉਹਦੇ ਕਮਰੇ ਦੀ ਬਾਰੀ ਤੋਂ ਉਹਨੇ ਵੇਖਿਆ ਕਿ ਇੱਕ ਪੌਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ। ਇਹ ਨਾ ਤਾਂ ਕੋਈ ਸਧਾਰਨ ਪੇੜ ਸੀ ਤੇ ਨਾ ਹੀ ਕੋਈ ਫੁੱਲ। ਇਹ ਜਾਦੂਈ ਬੀਨਸ ਦਾ ਪੇੜ ਸੀ। ਜੈਕ ਨੇ ਉਸ ਵੱਡੇ ਬੀਨ ਦੇ ਪੇੜ ਤੇ ਛਾਲ ਮਾਰੀ ਤੇ ਉਹਦੇ ਟੇਢੇ ਮੇਢੇ ਪੱਤਿਆਂ ਤੇ ਪੌੜੀਆਂ ਦੀ ਤਰ੍ਹਾਂ ਚੜਨ ਲੱਗਾ। ਕੁਝ ਦੇਰ ਚੜਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਇੱਕ ਅਜੀਬ ਜਗ੍ਹਾ ਤੇ ਪਾਇਆ। ਉੱਥੇ ਸਭ ਕੁਝ ਵੱਡਾ ਸੀ। ਉਹਨੇ ਇੱਕ ਫੁੱਲਾਂ ਨਾਲ ਭਰਿਆ ਰਸਤਾ ਵੇਖਿਆ ਜਿਸ ਦੇ ਕਿਨਾਰੇ ਤੇ ਇੱਕ ਵੱਡਾ ਜਿਹਾ ਘਰ ਸੀ। ਜੈਕ ਉਸ ਘਰ ਦੇ ਵੱਲ ਪਹੁੰਚਿਆ ਅਤੇ ਉਹਨੇ ਬੂਹਾ ਖੜਕਾਇਆ। ਇੱਕ ਵੱਡੀ ਜਿਹੀ ਜਨਾਨੀ ਨੇ
ਅੰਦਰੋਂ ਜਵਾਬ ਦਿੱਤਾ। ਉਹ ਮੈਂ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਤੁਹਾਡੇ ਕੋਲ ਖਾਣ ਲਈ ਕੁਝ ਹੈ? ਹਾਂ ਹੈਗਾ, ਪਰ ਤੈਨੂੰ ਮੇਰੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਇੱਥੋਂ ਜਾਣਾ ਪਵੇਗਾ, ਕਿਉਂਕਿ ਮੇਰੇ ਘਰ ਵਾਲੇ ਨੂੰ ਨਿੱਕੇ ਬੱਚੇ ਬਹੁਤ ਪਸੰਦ ਹਨ ਅਤੇ ਉਹ ਉਹਨਾਂ ਨੂੰ ਖਾ ਜਾਂਦਾ ਹੈ। ਜੈਕ ਬਹੁਤ ਡਰਿਆ ਹੋਇਆ ਸੀ, ਪਰ ਉਨਾ ਹੀ ਭੁੱਖਾ ਵੀ ਸੀ। ਜਿਵੇਂ ਹੀ ਉਹ ਕੁਝ ਖਾਣ ਦੇ ਲਈ ਟੇਬਲ ਤੇ ਬੈਠਿਆ, ਉਹਨੇ ਸੁਣਿਆ ਕਿ ਕੋਈ ਗਹਿਰੀ ਆਵਾਜ਼ ਵਿੱਚ ਬਾਹਰ ਗੱਲਾਂ ਕਰ ਰਿਹਾ ਸੀ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਉਸ ਜਨਾਨੀ ਨੇ ਜੈਕ ਨੂੰ ਆਵਾਜ਼ ਦਿੱਤੀ, ਹੁਣੇ ਇਸੇ ਵੇਲੇ ਜਾ ਕੇ ਅਵਨ ਵਿੱਚ ਲੁਕ ਜਾ ਨਿੱਕੇ ਬੱਚੇ। ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਉਹ ਰਾਖਸ਼ਸ ਕਿਚਨ ਵਿੱਚ ਜਾ ਕੇ ਸੁੰਘਣ ਲੱਗਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਤੁਸੀਂ ਕੀ ਕਹਿ ਰਹੇ ਹੋ ਜੀ? ਸ਼ਾਇਦ ਤੁਹਾਨੂੰ ਉਸ ਮੀਟ ਦੀ ਖੁਸ਼ਬੂ ਆ ਰਹੀ ਹੈ ਜਿਹੜਾ ਮੈਂ ਕੱਲ ਬਿੱਲੀ ਨੂੰ ਖਵਾਇਆ ਸੀ। ਖਾਣਾ ਹੋ ਜਾਣ ਤੋਂ ਬਾਅਦ ਉਹ ਰਾਖਸ਼ਸ ਆਪਣੇ ਸੋਨੇ ਦੇ ਸਿੱਕੇ ਗਿਣਨ ਲੱਗਾ। ਕੁਝ ਚਿਰ ਬਾਅਦ ਉਹ ਗਿਣਦੇ ਗਿਣਦੇ ਥੱਕ ਗਿਆ ਅਤੇ ਸੌਂ ਗਿਆ। ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਹਨੇ ਸੋਨੇ ਦਾ ਬੈਗ ਲੈ ਲਿਆ। ਉਹਨੇ ਬੈਗ ਨੂੰ ਬੀਨ ਦੇ ਪੇੜ ਦੇ ਥੱਲੇ ਸੁੱਟਿਆ ਅਤੇ ਉਹ ਪੇੜ ਤੋਂ ਥੱਲੇ ਉਤਰਨ ਲੱਗਾ। ਉਹਨੇ ਸੋਨੇ ਦੇ ਭਰੇ ਬੈਗ ਨੂੰ ਚੱਕਿਆ ਅਤੇ ਘਰ ਦੇ ਅੰਦਰ ਦੌੜਦਾ ਹੋਇਆ ਗਿਆ। ਜੈਕ ਦੀ ਮਾਂ ਨੇ ਸੋਨੇ ਨੂੰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਈ। ਉਸ ਦਿਨ ਤੋਂ ਬਾਅਦ ਉਹ ਕਦੇ ਗਰੀਬ ਨਹੀਂ ਰਹੇ। ਪਰ ਕੁਝ ਮਹੀਨਿਆਂ ਬਾਅਦ ਜੋ ਕੁਝ ਵੀ ਸੋਨੇ ਦਾ ਉਹਨਾਂ ਕੋਲ ਸੀ ਉਹ ਖਤਮ ਹੋ ਗਿਆ। ਜਦ ਹੋਰ ਕੋਈ ਰਸਤਾ ਨਹੀਂ ਸੀ, ਜੈਕ ਫਿਰ ਤੋਂ ਬੀਨ ਦੇ ਪੇੜ ਤੇ ਚੜ੍ਹ ਕੇ ਉਸ ਰਾਖਸ਼ਸ ਦੇ ਘਰ ਪੁੱਜਿਆ। ਪਿਛਲੀ ਵਾਰ ਜਦੋਂ ਤੂੰ ਇੱਥੇ ਆਇਆ ਸੀ ਤਾਂ ਸਾਡਾ ਇੱਕ ਸੋਨੇ ਦਾ ਬੈਗ ਚੋਰੀ ਹੋ ਗਿਆ ਸੀ। ਪਰ ਫਿਰ ਵੀ ਉਹਨੇ ਜੈਕ ਨੂੰ ਪਿਆਰ ਨਾਲ ਅੰਦਰ ਬੁਲਾਇਆ। ਥੋੜੀ ਦੇਰ ਵਿੱਚ ਰਾਖਸ਼ਸ ਘਰ ਪਹੁੰਚਿਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਰਾਖਸ਼ਸ ਦੀ ਆਵਾਜ਼ ਸੁਣਦੇ ਹੀ ਜੈਕ ਅਵਨ ਵਿੱਚ ਜਾ ਕੇ ਲੁਕ ਗਿਆ। ਖਾਣਾ ਹੋ ਜਾਣ ਮਗਰੋਂ ਰਾਖਸ਼ਸ ਨੇ ਆਪਣੀ ਘਰਵਾਲੀ ਨੂੰ ਮੁਰਗੀ ਲਿਆਉਣ ਦੇ ਲਈ ਕਿਹਾ। ਜਦੋਂ ਘਰਵਾਲੀ ਮੁਰਗੀ ਲੈ ਕੇ ਆਈ, ਉਹਨੇ ਉਸ ਮੁਰਗੀ ਨੂੰ ਅੰਡਾ ਦੇਣ ਲਈ ਕਿਹਾ। ਜੈਕ ਨੂੰ ਇਹ ਵੇਖ ਕੇ ਤਾਜਬ ਹੋਇਆ ਕਿ ਉਸ ਮੁਰਗੀ ਨੇ ਸੋਨੇ ਦਾ ਅੰਡਾ ਦਿੱਤਾ। ਤੇ ਜਦੋਂ ਰਾਖਸ਼ਸ ਸੌਂ ਗਿਆ, ਜੈਕ ਅਵਨ ਵਿੱਚੋਂ ਬਾਹਰ ਆਇਆ ਤੇ ਉਸਨੇ ਮੁਰਗੀ ਨੂੰ ਚੱਕਿਆ ਅਤੇ ਥੱਲੇ ਵੱਲ ਦੌੜਿਆ। ਸੋਨੇ ਦੇ ਅੰਡਿਆਂ ਦੀ ਵਜ੍ਹਾ ਨਾਲ ਜੈਕ ਤੇ ਉਹਦੀ ਮਾਂ ਫਿਰ ਤੋਂ ਅਮੀਰ ਹੋ ਗਏ ਸੀ। ਪਰ ਕੁਝ ਸਮੇਂ ਬਾਅਦ ਜੈਕ ਨੇ ਫਿਰ ਤੋਂ ਆਪਣਾ ਲੱਕ ਟਰਾਈ ਕਰਨ ਦੀ ਸੋਚੀ ਅਤੇ ਉਹ ਬੀਨ ਦੇ ਪੇੜ ਤੇ ਚੜ ਗਿਆ। ਇਸ ਵਾਰ ਉਹ ਰਾਖਸ਼ਸ ਦੇ ਘਰ ਵਿੱਚ ਚੁਪਕੇ ਨਾਲ ਵੜ ਗਿਆ, ਉਹਦੀ ਘਰਵਾਲੀ ਤੋਂ ਲੁਕਦੇ ਹੋਏ, ਅਤੇ ਵੱਡੇ ਜਿਹੇ ਕਾਪਰ ਦੇ ਪੌਟ ਵਿੱਚ ਜਾ ਕੇ ਲੁਕ ਕੇ ਬਹਿ ਗਿਆ। ਥੋੜੀ ਦੇਰ ਮਗਰੋਂ ਰਾਖਸ਼ਸ ਆਇਆ। ਮੈਨੂੰ ਬੱਚੇ ਦੀ ਖੁਸ਼ਬੂ ਆ ਰਹੀ ਹੈ। ਕੱਚਾ ਜਾਂ ਪੱਕਾ ਕਿਹੋ ਜਿਹਾ ਵੀ ਹੋਵੇ, ਮੈਂ ਉਹਨੂੰ ਲੱਭ ਕੇ ਰਹਾਂਗਾ। ਇਸ ਵਾਰ ਰਾਖਸ਼ਸ ਦੀ ਘਰਵਾਲੀ ਨੇ ਜੈਕ ਨੂੰ ਪਕੜਵਾਉਣ ਦਾ ਤੈਅ ਕੀਤਾ। ਜੇ ਕੋਈ ਬੱਚਾ ਹੈ ਤਾਂ ਸ਼ਾਇਦ ਅਵਨ ਵਿੱਚ ਹੋਵੇਗਾ। ਜੈਕ ਕਿਤੇ ਹੋਰ ਲੁਕਿਆ ਸੀ। ਰਾਖਸ਼ਸ ਅਤੇ ਉਹਦੀ ਘਰਵਾਲੀ ਨੇ ਸਾਰਾ ਘਰ ਛਾਨ ਮਾਰਿਆ, ਪਰ ਉਹਨਾਂ ਨੂੰ ਬੱਚਾ ਨਹੀਂ ਮਿਲਿਆ। ਖਾਣ ਤੋਂ ਬਾਅਦ ਰਾਖਸ਼ਸ ਨੇ ਸੋਨੇ ਦੀ ਵੀਣਾ
ਟੇਬਲ ਤੇ ਰੱਖੀ ਅਤੇ ਉਹਨੂੰ ਵਜਣ ਦਾ ਹੁਕਮ ਦਿੱਤਾ। ਵੀਣਾ ਵਜਣ ਲੱਗੀ ਅਤੇ ਰਾਖਸ਼ਸ ਸੌਂ ਗਿਆ। ਇਸ ਵਾਰ ਜੈਕ ਨੂੰ ਇਹ ਵੀਣਾ ਕਿਸੇ ਵੀ ਕੀਮਤ ਤੇ ਹਾਸਲ ਕਰਨੀ ਸੀ। ਇਸ ਲਈ ਉਹ ਰਾਖਸ਼ਸ ਦੇ ਗੋਡਿਆਂ ਤੇ ਚੜ੍ਹਦਾ ਹੋਇਆ ਟੇਬਲ ਤੇ ਪਹੁੰਚਿਆ। ਪਰ ਕੁਝ ਅਜਿਹਾ ਹੋਇਆ ਜੋ ਉਹ ਸੋਚ ਵੀ ਨਹੀਂ ਸਕਦਾ ਸੀ। ਹੈਲਪ! ਵੀਣਾ ਚੀਖੀ। ਜੈਕ ਨੇ ਵੀਣਾ ਨੂੰ ਆਪਣੀ ਪਿੱਠ ਤੇ ਲੈ ਕੇ ਟੇਬਲ ਤੋਂ ਛਾਲ ਮਾਰੀ। ਰਾਖਸ਼ਸ ਉੱਠ ਗਿਆ ਅਤੇ ਜੈਕ ਦੇ ਪਿੱਛੇ ਦੌੜਿਆ। ਜੈਕ ਬੀਨ ਦੇ ਪੇੜ ਤੋਂ ਤੇਜ਼ੀ ਨਾਲ ਉਤਰਨ ਲੱਗਾ ਅਤੇ ਰਾਖਸ਼ਸ ਉਹਦੇ ਪਿੱਛੇ ਪਿੱਛੇ। ਜਦ ਉਹ ਘਰ ਪਹੁੰਚਿਆ, ਜੈਕ ਨੇ ਆਪਣੀ ਮਾਂ ਨੂੰ ਬੁਲਾਇਆ। ਮਾਂ, ਛੇਤੀ ਤਿਆਰ ਵੀ ਨਾਲ ਲੈ ਆਈ। ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟਣਾ ਸ਼ੁਰੂ ਕੀਤਾ। ਆਖਰ ਉਹਨਾਂ ਨੇ ਬੀਨ ਦੇ ਪੇੜ ਨੂੰ ਕੱਟ ਦਿੱਤਾ ਅਤੇ ਰਾਖਸ਼ਸ ਜ਼ੋਰ ਨਾਲ ਥੱਲੇ ਜ਼ਮੀਨ ਤੇ ਆ ਡਿੱਗਿਆ। ਉਹ ਦੋਨੋਂ ਰਾਖਸ਼ਸ ਤੋਂ ਬਚ ਗਏ ਸੀ। ਸ਼ੁਕਰ ਹੈ ਰੱਬਾ, ਅਸੀਂ ਬਚ ਗਏ। ਉਹ ਲੋਕ ਠੀਕ ਸੀ, ਪਰ ਜੈਕ ਨੂੰ ਆਪਣੀ ਹਰਕਤ ਤੇ ਕਾਫੀ ਪਛਤਾਵਾ ਹੋ ਰਿਹਾ ਸੀ। ਉਹ ਆਪਣੇ ਲਾਲਚ ਦੇ ਕਰਕੇ ਅੱਜ ਆਪਣੀ ਜਾਨ ਗਵਾਉਣ ਵਾਲਾ ਸੀ। ਉਹਨੇ ਆਪਣੀ ਮਾਂ ਨੂੰ ਵਾਅਦਾ ਕੀਤਾ ਕਿ ਉਹ ਕਦੇ ਵੀ ਚੋਰੀ ਨਹੀਂ ਕਰੇਗਾ ਅਤੇ ਉਹ ਕੱਲ ਤੋਂ ਬਹੁਤ ਮਿਹਨਤ ਕਰੇਗਾ। ਉਸ ਦਿਨ ਤੋਂ ਬਾਅਦ ਜੈਕ ਤੇ ਉਹਦੀ ਮਾਂ ਕਦੇ ਵੀ ਗਰੀਬ ਨਹੀਂ ਰਹੇ। ਹਾਂ, ਉਹਨਾਂ ਦੇ ਕੋਲ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸੀ ਮਦਦ ਦੇ ਲਈ, ਪਰ ਜੈਕ ਨੇ ਵੀ ਕੰਮ ਕਰਨਾ ਨਹੀਂ ਛੱਡਿਆ। ਬਹੁਤ ਪਹਿਲਾਂ ਜੰਗਲ ਵਿੱਚ ਇੱਕ ਭੇੜੀਆ ਹੁੰਦਾ ਸੀ ਜਿਹੜਾ ਆਪਣੇ ਪਰਿਵਾਰ ਲਈ ਖਾਣਾ ਲੱਭ ਰਿਹਾ ਸੀ। ਜੰਗਲ ਵਿੱਚ ਉਹਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਲੱਭਣ ਤੇ ਉਹਨੂੰ ਝਾੜੀਆਂ ਦੇ ਪਿੱਛੇ ਇੱਕ ਛੋਟਾ ਜਿਹਾ ਜੁਆਕ ਮਿਲਿਆ। ਇਹ ਤਾਂ ਮਨੁੱਖ ਦਾ ਬੱਚਾ ਹੈ, ਭੇੜੀਆ ਚੌਂਕ ਕੇ ਬੋਲਿਆ। ਉਹ ਉਸ ਜੁਆਕ ਨੂੰ ਘਰ ਲੈ ਗਿਆ ਉਹਦੀ ਰੱਖਿਆ ਕਰਨ ਲਈ। ਜੰਗਲ ਦਾ ਬਾਘ ਸ਼ੇਰ ਖਾਨ ਇਹ ਦੇਖ ਕੇ ਨਾਰਾਜ਼ ਹੋਇਆ ਕਿਉਂਕਿ ਉਸ ਜੁਆਕ ਨੂੰ ਮਨੁੱਖਾਂ ਤੋਂ ਉਹ ਚੋਰੀ ਕਰਕੇ ਲਿਆਇਆ ਸੀ। ਭੇੜੀਏ ਦੇ ਪਰਿਵਾਰ ਨੂੰ ਇਹ ਜੁਆਕ ਬੜਾ ਪਿਆਰਾ ਲੱਗਿਆ। ਅਸੀਂ ਇਹਨੂੰ ਮੋਗਲੀ ਸੱਦਾਂਗੇ। ਉਸ ਦਿਨ ਤੋਂ ਮੋਗਲੀ ਆਪਣੇ ਭੇੜੀਏ ਭਰਾਵਾਂ ਦੇ ਨਾਲ ਰਹਿਣ ਲੱਗਾ। ਮਾਂ ਉਹਦਾ ਬੜਾ ਖਿਆਲ ਰੱਖਦੀ ਜਿਵੇਂ ਉਹਦਾ ਆਪਣਾ ਜੁਆਕ ਹੋਵੇ। ਬੜੀ ਛੇਤੀ ਉਹਦੀ ਸਾਰੇ ਜਾਨਵਰਾਂ ਨਾਲ ਦੋਸਤੀ ਹੋ ਗਈ। ਉਹ ਉਹਨਾਂ ਨਾਲ ਖੇਲਣ ਕੁੱਦਣ ਲੱਗਾ ਅਤੇ ਜੰਗਲ ਦਾ ਚੱਪਾ ਚੱਪਾ ਜਾਣ ਚੁੱਕਾ ਸੀ। ਐਸੇ ਦੌਰਾਨ ਸ਼ੇਰ ਖਾਨ ਮੋਗਲੀ ਉੱਤੇ ਦੂਰੋਂ ਨਜ਼ਰ ਰੱਖੇ ਹੋਏ ਸੀ ਅਤੇ ਮੌਕਾ ਲੱਭ ਰਿਹਾ ਸੀ ਕਿ ਕਦੋਂ ਉਹਨੂੰ ਫੜ ਸਕੇ। ਇੱਕ ਦਿਨ ਭੇੜੀਆ ਕਾੜਾ, ਭਾਲੂ ਬਲੂ ਅਤੇ ਤੇਂਦੂਆ ਬਗੀਰਾ ਮਿਲੇ ਮੋਗਲੀ ਦੀ ਗੱਲ ਕਰਨ ਲਈ। ਮਨੁੱਖ ਦੇ ਬੱਚੇ ਸਿਆਣੇ ਹੁੰਦੇ ਨੇ, ਕਿਉਂ ਨਾ ਉਹਨੂੰ ਜੰਗਲ ਦਾ ਬੱਚਾ ਬਣਾ ਲਈਏ। ਬੱਲੂ ਤੇ ਬਗੀਰਾ, ਤੁਸੀਂ ਦੋਨੋਂ ਉਹਦੀ ਰੱਖਿਆ ਕਰੋਗੇ ਤੇ ਉਹਨੂੰ ਜੰਗਲ ਦੇ ਤਰੀਕੇ ਸਿਖਾਓਗੇ। ਅਕੇਲਾ ਨੇ ਕਿਹਾ। ਕਈ ਸਾਲ ਬੀਤ ਗਏ। ਬੱਲੂ ਬਹੁਤ ਧਿਆਨ ਨਾਲ ਮਾਸਟਰੀ ਕਰ ਰਿਹਾ ਸੀ। ਉਸ ਨੇ ਉਹਨੂੰ ਫਲ ਲੱਭਣਾ ਤੇ ਸ਼ਹਿਦ ਕੱਢਣਾ ਸਿਖਾਇਆ। ਮੋਗਲੀ ਬੱਲੂ ਦੀਆਂ ਗੱਲਾਂ ਚੰਗੀ ਤਰ੍ਹਾਂ ਸੁਣਦਾ ਸੀ। ਹਰ ਰੋਜ਼ ਉਹ ਉੱਚੇ ਤੋਂ ਉੱਚੇ ਪੇੜ ਤੇ ਚੜ੍ਹ ਕੇ ਖਾਣਾ ਖਾਂਦਾ ਸੀ। ਬੱਲੂ ਨੇ ਉਹਨੂੰ ਜੰਗਲ ਦੀ ਆਵਾਜ਼ ਨੂੰ ਪਛਾਣਨਾ ਵੀ ਸਿਖਾਇਆ। ਉਹਨੂੰ ਮੋਗਲੀ ਉੱਤੇ ਨਾਜ਼ ਸੀ। ਕੀ ਭੱਜਦਾ ਸੀ ਮੋਗਲੀ ਤੇ ਕੀ ਤੈਰਦਾ ਸੀ। ਬਗੀਰਾ ਨੇ ਉਹਨੂੰ ਸਿਖਾਇਆ ਕਿਵੇਂ ਮਨੁੱਖ ਦੇ ਫੰਦਿਆਂ ਨੂੰ ਪਛਾਣੇ ਅਤੇ ਕਿੱਦਾਂ ਉਹਨਾਂ ਤੋਂ ਬਚੇ। ਇੱਕ ਦਿਨ ਇੱਕ ਨਿੱਕਾ ਭੇੜੀਆ ਇੱਕ ਫੰਦੇ ਵਿੱਚ ਫਸ ਗਿਆ।
ਸ਼ੇਰ ਖਾਨ ਇਸ ਜਵਾਕ ਦਾ ਸ਼ਿਕਾਰ ਕਰਕੇ ਇਹਨੂੰ ਖਾਣਾ ਚਾਹੁੰਦਾ ਸੀ, ਪਰ ਉਸ ਤੋਂ ਇੱਕ ਕਦਮ ਪਹਿਲਾਂ ਮੋਗਲੀ ਨੇ ਉਹਨੂੰ ਬਚਾ ਲਿਆ। ਸ਼ੇਰ ਖਾਨ ਨੂੰ ਇਹ ਹਾਰ ਬੁਰੀ ਲੱਗੀ। ਬੱਲੂ ਨੇ ਮੋਗਲੀ ਨੂੰ ਖਤਰੇ ਵੇਲੇ ਲਾਉਣ ਵਾਲੀ ਆਵਾਜ਼ ਵੀ ਸਿਖਾਈ। ਮੋਗਲੀ ਨੂੰ ਇਹ ਵੀ ਚੇਤੇ ਹੋ ਗਿਆ, ਜੰਗਲ ਦਾ ਕੋਈ ਵੀ ਜਾਨਵਰ ਮੋਗਲੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ। ਇਹ ਜਾਣ ਕੇ ਕਿ ਉਹ ਮੋਗਲੀ ਨੂੰ ਕੱਲਾ ਨਹੀਂ ਫੜ ਸਕੇਗਾ, ਸ਼ੇਰ ਖਾਨ ਜੰਗਲ ਦੇ ਸਭ ਤੋਂ ਖਤਰਨਾਕ ਜਾਨਵਰ ਬਾਂਦਰਾਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਮੋਗਲੀ ਦੇ ਬਾਰੇ ਦੱਸਿਆ। ਮੋਗਲੀ ਨੂੰ ਜੋ ਵੀ ਆਉਂਦਾ ਹੈ, ਜੇ ਉਹ ਸਾਨੂੰ ਸਿਖਾ ਦੇ ਤੇ ਅਸੀਂ ਸਭ ਨਾਲੋਂ ਸਿਆਣੇ ਜਾਨਵਰ ਬਣ ਜਾਵਾਂਗੇ। ਇੱਕ ਦਿਨ ਜਦੋਂ ਮੋਗਲੀ ਆਪਣੇ ਲਈ ਬਰਸਾਤੀ ਬਣਾ ਰਿਹਾ ਸੀ ਤੇ ਬਾਂਦਰ ਉਹਨੂੰ ਦੂਰ ਤੋਂ ਲੁਕ-ਲੁਕ ਕੇ ਦੇਖ ਰਹੇ ਸੀ। ਉਹ ਉਹਨੂੰ ਕਿਡਨੈਪ ਕਰਨ ਦਾ ਮੌਕਾ ਪਾਲ ਰਹੇ ਸੀ। ਸ਼ਾਮ ਹੁੰਦੇ ਹੀ ਉਹ ਮੋਗਲੀ ਨੂੰ ਚੁੱਕ ਕੇ ਸੰਘਣੇ ਜੰਗਲ ਵਿੱਚ ਆਪਣੇ ਅੱਡੇ ਤੇ ਲੈ ਗਏ। ਉਹ ਹੁਣ ਬਾਂਦਰਾ ਬਚਾਲੇ ਸੀ। ਮੋਗਲੀ ਨੂੰ ਜਦ ਸਮਝ ਆਇਆ ਕਿ ਉਹਨੂੰ ਕਿਡਨੈਪ ਕੀਤਾ ਗਿਆ ਹੈ, ਉਹ ਸੋਚਣ ਲੱਗਿਆ ਉਹਨੂੰ ਕਿਸੇ ਵੀ ਤਰ੍ਹਾਂ ਬਗੀਰਾ ਤੇ ਬੱਲੂ ਨੂੰ ਖਬਰ ਦੇਣੀ ਹੋਵੇਗੀ। ਅਚਾਨਕ ਉਹਨੂੰ ਵਲਚਰ ਚੀਲ ਦਿਸਿਆ, ਅਸਮਾਨ ਵਿੱਚ ਉੜਦਾ। ਉਹਨੂੰ ਖਤਰੇ ਵਾਲੀ ਆਵਾਜ਼ ਚੇਤੇ ਆਈ, ਆਪਣਾ ਖੂਨ ਇੱਕੋ ਰੰਗ ਲਾਲ ਲਾਲ। ਇਹ ਸੁਣਦੇ ਹੀ ਚੀਲ ਸਮਝ ਗਿਆ ਕਿ ਮੋਗਲੀ ਉਹਦਾ ਕੋਈ ਆਪਣਾ ਹੀ ਹੈ ਅਤੇ ਇਹ ਕਿ ਉਹ ਖਤਰੇ ਵਿੱਚ ਹੈ। ਮੇਰਾ ਨਾਮ ਮੋਗਲੀ ਹੈ। ਪੱਲੂ ਤੇ ਬਗੀਰਾ ਨੂੰ ਦੱਸੋਗੇ ਕਿ ਮੈਂ ਫਸਿਆ ਹੋਇਆ ਹਾਂ? ਬਿਲਕੁਲ, ਚੀਲ ਬੋਲਿਆ ਅਤੇ ਉਹਨੇ ਉੱਡੀ ਮਾਰੀ ਖਬਰ ਪਹੁੰਚਾਉਣ ਲਈ। ਬਾਂਦਰ ਉਹਨੂੰ ਚੁੱਕ ਕੇ ਆਪਣੀ ਗੁਫਾ ਵਿੱਚ ਲੈ ਗਏ, ਬਾਂਦਰ ਨਗਰ ਵਿੱਚ। ਇਹ ਜੰਗਲ ਵਿੱਚ ਇੱਕ ਕਿਲਾ ਸੀ ਜਿਹਨੂੰ ਮਨੁੱਖ ਕਈ ਸਾਲ ਪਹਿਲਾਂ ਛੱਡ ਗਏ ਸੀ। ਮੋਗਲੀ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਫਾਇਦਾ ਨਹੀਂ ਹੋਇਆ। ਬਗੀਰਾ ਅਤੇ ਬੱਲੂ ਨੇ ਸੱਪ ਕੋਲੋਂ ਮਦਦ ਮੰਗੀ। ਉਹ ਤਿੰਨੋਂ ਬਾਂਦਰ ਨਗਰ ਵਿੱਚ ਇੱਕ ਮੂਰਤੀ ਦੇ ਪਿੱਛੇ ਲੁਕ ਗਏ। ਉਹਨਾਂ ਨੂੰ ਕਈ ਬਾਂਦਰ ਮੋਗਲੀ ਦੇ ਆੜੇ ਦੁਆੜੇ ਦਿਖ ਰਹੇ ਸੀ। ਉਹ ਮੋਗਲੀ ਨੂੰ ਬਚਾਉਣ ਦਾ ਮੌਕਾ ਲੱਭ ਰਹੇ ਸੀ ਅਤੇ ਮੌਕਾ ਆਂਦੇ ਹੀ ਕਾਂ ਬੋਲਿਆ, ਹੁਣੇ ਚਲੋ, ਸਹੀ ਮੌਕਾ ਹੈ। ਬਗੀਰਾ ਪਹਿਲਾਂ ਗਿਆ ਹੌਲੀ ਜਿਹੇ ਬਾਂਦਰਾਂ ਨੂੰ ਡਰਾਉਣ। ਫਿਰ ਉਹ ਆਪਣੇ ਪੰਜਿਆਂ ਨਾਲ ਬਾਂਦਰਾਂ ਤੇ ਵਾਰ ਕਰਨ ਲੱਗਾ। ਸਾਰੇ ਬਾਂਦਰ ਡਰ ਦੇ ਮਾਰੇ ਭੱਜੇ। ਉਹਨਾਂ ਵਿੱਚੋਂ ਇੱਕ ਨੇ ਬਾਕੀਆਂ ਨੂੰ ਬੁਲਾ ਲਿਆ। ਅਚਾਨਕ ਬਗੀਰਾ ਨੂੰ ਬਾਂਦਰਾਂ ਨੇ ਘੇਰ ਲਿਆ। ਬਾਂਦਰਾਂ ਨੇ ਮੋਗਲੀ ਨੂੰ ਫੜ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੋਗਲੀ ਨੂੰ ਬਗੀਰਾ ਦੇ ਲੜਨ ਦੀ ਆਵਾਜ਼ ਆ ਰਹੀ ਸੀ। ਉਹਨੂੰ ਚੇਤੇ ਸੀ ਕਿ ਖੰਡਰ ਦੇ ਥੱਲੇ ਪਾਣੀ ਦਾ ਕੁੰਡ ਹੈ ਅਤੇ ਉਹਨੂੰ ਇਹ ਵੀ ਪਤਾ ਸੀ ਕਿ ਬਾਂਦਰ ਪਾਣੀ ਤੋਂ ਡਰਦੇ ਨੇ। ਬਗੀਰਾ, ਛੇਤੀ ਪਾਣੀ ਵਿੱਚ ਛਾਲ ਮਾਰ। ਹੁਣ ਬੱਲੂ ਨੂੰ ਵੀ ਬਾਂਦਰਾਂ ਨੇ ਘੇਰ ਲਿਆ। ਬੱਲੂ ਆਪਣੇ ਨੂੰ ਬਚਾਉਣ ਲਈ ਆਪਣੇ ਪੰਜਿਆਂ ਨਾਲ ਲੜ ਰਿਹਾ ਸੀ। ਉਹ ਚੰਗਾ ਲੜ ਰਿਹਾ ਸੀ ਪਰ ਬਾਂਦਰ ਬਹੁਤ ਜ਼ਿਆਦਾ ਸੀ ਅਤੇ ਬੱਲੂ ਕੱਲਾ ਪੈ ਗਿਆ। ਉਧਰ ਬਗੀਰਾ ਪਾਣੀ ਵਿੱਚ ਬੇਬਸ ਸੀ, ਆਪਣੇ ਦੋਸਤ ਦੀ ਮਦਦ ਨਹੀਂ ਕਰ ਪਾ ਰਿਹਾ ਸੀ। ਬੱਲੂ ਬਾਂਦਰਾਂ ਵਿੱਚ ਉਲਝਿਆ ਹੋਇਆ ਸੀ ਕਿ ਕਾਂ ਉੱਥੇ ਆਇਆ। ਕਾਂ ਨੇ ਆਪਣੀ ਪੂੰਛ ਨਾਲ ਬਾਂਦਰਾਂ ਨੂੰ ਚਪੇੜ ਮਾਰੀ ਅਤੇ ਉਹ ਸਾਰੇ ਭੱਜੇ। ਬਾਂਦਰ ਕਾਂ ਕੋਲੋਂ ਹਮੇਸ਼ਾ ਡਰਦੇ ਸੀ, ਉਹਦੇ ਸਾਹਮਣੇ ਟਿਕ ਨਹੀਂ ਪਾਉਂਦੇ ਸੀ। ਜਦੋਂ ਉਹ ਲੋਕ ਉੱਥੋਂ ਦੂਰ ਸੰਘਣੇ ਜੰਗਲ ਵਿੱਚ ਚਲੇ ਗਏ, ਬੱਲੂ ਆਜ਼ਾਦ ਹੋ ਗਿਆ। ਫਿਰ ਕਾਂ ਨੇ ਆਪਣੀ ਫੂਕ ਮਾਰੀ ਅਤੇ ਬਾਂਦਰ ਸਾਰੇ ਸੁੰਨ ਹੋ ਗਏ। ਉਹਨਾਂ ਦੀ ਆਵਾਜ਼ ਬੰਦ ਹੋ ਗਈ ਅਤੇ ਇੱਕਦਮ ਸੰਨਾਟਾ ਹੋ ਗਿਆ।
ਮੌਕੇ ਦਾ ਫਾਇਦਾ ਚੁੱਕਦੇ ਹੋਏ ਬਗੀਰਾ ਪਾਣੀ ਤੋਂ ਬਾਹਰ ਨਿਕਲਿਆ। ਮੋਗਲੀ ਉਸ ਕਮਰੇ ਚੋਂ ਚਿল্ਲਾਇਆ, ਮੈਂ ਇੱਥੇ ਹਾਂ, ਇਸ ਕਮਰੇ ਵਿੱਚ। ਕਾਂ ਨੇ ਆਪਣੀ ਪੂੰਛ ਦੇ ਕੇ ਮਾਰੀ ਅਤੇ ਕੰਧ ਡਿੱਗ ਪਏ ਅਤੇ ਮੋਗਲੀ ਛਾਲ ਮਾਰ ਕੇ ਬਾਹਰ ਆਇਆ। ਬੱਲੂ ਨੇ ਉਹਨੂੰ ਗਲੇ ਲਾ ਲਿਆ। ਤੂੰ ਠੀਕ ਤਾਂ ਹੈ ਨਾ ਮੋਗਲੀ? ਹਾਂ ਠੀਕ ਹਾਂ, ਪਰ ਭੁੱਖ ਲੱਗੀ ਹੈ ਬੜੀ। ਤੁਸੀਂ ਸਾਰਿਆਂ ਨੇ ਆਪਣੀ ਨਾ ਸੋਚ ਕੇ ਮੇਰੀ ਜਾਨ ਬਚਾਈ। ਤੁਸੀਂ ਨਾ ਹੁੰਦੇ ਤਾਂ ਇਹ ਨਾ ਹੁੰਦਾ। ਥੈਂਕ ਯੂ। ਮੋਗਲੀ, ਬੱਲੂ ਤੇ ਬਗੀਰਾ ਕਾਂ ਨੂੰ ਬਾਏ ਕਹਿ ਕੇ ਘਰ ਵੱਲ ਤੁਰ ਪਏ। ਹੁਣ ਸ਼ੇਰ ਖਾਨ ਨੂੰ ਇਹ ਗੱਲ ਸਮਝ ਆ ਗਈ ਕਿ ਜਿਹਦੇ ਰਿਸ਼ਤੇ ਇੰਨੇ ਮਜ਼ਬੂਤ ਹੋਣ ਉਹ ਉਹਨੂੰ ਸੱਟ ਨਹੀਂ ਪੁਜਾ ਸਕਦਾ। ਉਹ ਆਪਣੇ ਘਰ ਨੂੰ ਪਰਤ ਗਿਆ, ਫੇਰ ਨਹੀਂ ਮੁੜਿਆ। ਕਈ ਸਾਲ ਲੰਘ ਗਏ ਅਤੇ ਮੋਗਲੀ ਇੱਕ ਗੱਭਰੂ ਜਵਾਨ ਬਣ ਗਿਆ ਸੀ। ਇੱਕ ਦਿਨ ਉਹ ਮਨੁੱਖਾਂ ਦੇ ਪਿੰਡ ਦੇ ਨੇੜੇ ਗਿਆ। ਉਹਨੂੰ ਇੱਕ ਜਨਾਨੀ ਦਿਸੀ ਜਿਨੇ ਉਹਨੂੰ ਪਛਾਣ ਲਿਆ। ਇਹ ਉਹ ਪੁੱਤਰ ਸੀ ਜਿਹਨੂੰ ਇੱਕ ਬਾਗ ਨੇ ਕਈ ਸਾਲ ਪਹਿਲਾਂ ਖੋ ਲਿਆ ਸੀ। ਉਹਨੇ ਉਹ ਜਵਾਕ ਮੋਗਲੀ ਨੂੰ ਦੇ ਦਿੱਤਾ। ਮੋਗਲੀ ਚੌਂਕ ਗਿਆ ਕਿਉਂਕਿ ਇਹ ਜਵਾਕ ਬਿਲਕੁਲ ਬਚਪਨ ਦਾ ਮੋਗਲੀ ਲੱਗਦਾ ਸੀ। ਤਾਂ ਉਹਨੂੰ ਸਮਝ ਆਇਆ ਕਿ ਉਹ ਜਵਾਕ ਉਹਦਾ ਭਰਾ ਅਤੇ ਉਹ ਜਨਾਨੀ ਉਹਦੀ ਮਾਂ ਹੈ। ਬੱਲੂ, ਬਗੀਰਾ ਅਤੇ ਕਾਂ ਉਹਨਾਂ ਨੂੰ ਦੇਖ ਰਹੇ ਸੀ। ਹੁਣ ਤੁਸੀਂ ਆਪਣੇ ਪਰਿਵਾਰ ਨਾਲ ਰਹਿ ਸਕਦੇ ਹੋ ਮੋਗਲੀ। ਲੋੜ ਹੋਵੇ ਜੇ ਸਾਡੀ ਮਹਿਸੂਸ ਤਾਂ ਆਵਾਜ਼ ਦੇ ਦੀ ਬਸ। ਤੁਸੀਂ ਸਾਡੇ ਭਰਾ ਹੋ, ਇੰਨਾ ਭੁੱਲੇ ਕਦੀ। ਗੁੱਡ ਬਾਏ ਮੋਗਲੀ। ਉਹਦੇ ਦੋਸਤਾਂ ਨੇ ਉਹਦੇ ਤੋਂ ਵਿਦਾ ਲਿੱਤੀ ਅਤੇ ਮੋਗਲੀ ਆਪਣੇ ਇਸ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਿਹਾ। ਪਰ ਉਹ ਆਪਣੇ ਜੰਗਲ ਦੇ ਉਸ ਪਰਿਵਾਰ ਨੂੰ ਕਦੇ ਨਹੀਂ ਭੁੱਲਿਆ ਜਿਨ੍ਹਾਂ ਨਾਲ ਪਿਆਰ ਦਾ ਰਿਸ਼ਤਾ ਸੀ।